ਸ਼੍ਰੀ ਅਕਾਲ ਦੋਸਤੋ, ਆਦਾਬ। ਮੈਂ ਤੁਹਾਡਾ ਆਪਣਾ ਦੋਸਤ ਕੁਲਦੀਪ ਚਰਾਗ। ਤੁਸੀਂ ਜੁੜੇ ਹੋ ਤਨੂੰ ਟੀਵੀ ਚੈਨਲ ਦੇ ਨਾਲ। ਤੇ ਦੋਸਤੋ, ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਮਸਲੇ ਸਮਾਜ ਦੇ। ਤੇ ਤੁਹਾਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਸਮਾਜਿਕ ਵਿਸ਼ਿਆਂ ਬਾਰੇ ਚਰਚਾ ਕਰਦੇ ਹਾਂ, ਸਮਾਜਿਕ ਅਲਾਮਤਾਂ ਬਾਰੇ, ਸਮਾਜ ਵਿੱਚ ਵਰਤ ਰਹੇ ਵਰਤਾਰਿਆਂ ਬਾਰੇ ਭਰਪੂਰ ਚਰਚਾ ਕਰਦੇ ਹਾਂ। ਤੇ ਅੱਜ ਜਿਹੜਾ ਅਸੀਂ ਵਿਸ਼ਾ ਛੂਹਣਾ ਹੈ ਉਹ ਹੈ ਸਿੱਖਿਆ ਨੀਤੀ ਦੇ ਉੱਤੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਲੰਮੇ ਸਮੇਂ ਤੋਂ ਜਿਹੜੇ ਬੱਚੇ ਆ ਉਹ ਘਰ ਬੈਠ ਕੇ ਪੜ੍ਹਾਈ ਕਰ ਰਹੇ ਆ, ਉਸ ਦਾ ਬੱਚਿਆਂ ਦੇ ਮਨੋਬਲ ਉੱਤੇ ਕੀ ਅਸਰ ਹੈ, ਮਾਪੇ ਕਿਸ ਤਰ੍ਹਾਂ ਪਰੇਸ਼ਾਨ ਨੇ, ਮਾਪਿਆਂ ਨੂੰ ਤੇ ਪੂਰੇ ਸਮਾਜ ਨੂੰ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਸਰਕਾਰ ਦੀਆਂ ਆਉਣ ਵਾਲੀਆਂ ਪਾਲਿਸੀਆਂ ਕੀ ਨੇ, ਇਹਦੇ ਬਾਰੇ ਅਸੀਂ ਚਰਚਾ ਕਰਾਂਗੇ। ਤੇ ਇਸ ਦੇ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਸੁਲਝੇ ਹੋਏ ਲਾਜਪਤ ਰਾਏ DAV ਕਾਲਜ ਜਗਰਾਉਂ ਦੇ ਸਾਬਕਾ ਪ੍ਰੋਫੈਸਰ, ਜਿਨ੍ਹਾਂ ਨੇ ਪੰਜਾਬੀ ਡਿਪਾਰਟਮੈਂਟ ਵਿੱਚ ਬਤੌਰ ਪ੍ਰੋਫੈਸਰ ਸੇਵਾ ਨਿਭਾਈ ਆ, ਉਹ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਵਾਤਾਵਰਨ ਪ੍ਰਤੀ ਜਾਗਰੂਕ ਵੀ ਕਰ ਰਹੇ ਨੇ ਲੋਕਾਂ ਨੂੰ ਤੇ ਸਮਾਜਿਕ ਵਿਸ਼ਲੇਸ਼ਕ ਵੀ ਨੇ। ਉਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ, ਪ੍ਰੋਫੈਸਰ ਕਰਮ ਸਿੰਘ ਸੰਧੂ। ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤਨੂੰ ਟੀਵੀ ਚੈਨਲ ਦਾ ਅਤੇ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਹੈ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ, ਖਾਸ ਤੌਰ ਤੇ ਦਰਸ਼ਕਾਂ ਦਾ ਵੀ, ਜਿਨ੍ਹਾਂ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਜੀ। ਪ੍ਰੋਫੈਸਰ ਸਾਹਿਬ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਤੇ ਬੱਚੇ ਕਿਉਂਕਿ ਆਉਣ ਵਾਲੇ ਦੇਸ਼ ਦਾ ਭਵਿੱਖ ਨੇ, ਤੇ ਬੱਚਿਆਂ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਆਨਲਾਈਨ ਕਲਾਸਾਂ ਲੱਗ ਰਹੀਆਂ ਹੁਣ, ਪਿਛਲੇ ਲੰਮੇ ਸਮੇਂ ਤੋਂ, ਜਦੋਂ ਦਾ ਕਰੋਨਾ ਕਾਲ, ਇਹ ਮਹਾਮਾਰੀ ਆਈ ਆ, ਉਦੋਂ ਤੋਂ ਹੀ ਸਕੂਲ ਬੰਦ ਆ, ਤੇ ਆਨਲਾਈਨ ਕਲਾਸ ਦਾ ਰੁਝਾਨ ਜਿਹੜਾ ਉਹ ਕਾਲਜਾਂ ਵਿੱਚ ਵੀ ਤੇ ਸਕੂਲਾਂ ਵਿੱਚ ਵੀ, ਈਵਨ ਕਿ ਵੱਡੇ ਵੱਡੇ ਸੈਮੀਨਾਰ ਵੀ ਮਤਲਬ ਆਨਲਾਈਨ ਹੋ ਰਹੇ ਆ। ਤੇ ਇਹਦੇ ਬਾਰੇ ਜਾਣਨਾ ਚਾਹਾਂਗੇ ਕਿ ਇਹਦੇ ਤੇ ਬੱਚਿਆਂ ਤੇ ਕੀ ਪ੍ਰਭਾਵ ਪੈ ਰਿਹਾ ਇਹਦਾ, ਆਨਲਾਈਨ ਕਲਾਸਿਸ ਦਾ, ਤੇ ਮਾਪੇ ਵੀ ਪਰੇਸ਼ਾਨ ਆ, ਮਾਪਿਆਂ ਨੂੰ ਕਿੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦੋਂ ਤੋਂ ਕੋਵਿਡ ਦਾ ਪ੍ਰਕੋਪ ਭਾਵੇਂ ਵਿਸ਼ਵ ਪੱਧਰ ਤੇ ਸੀ, ਪਰ ਸਾਡੇ ਜਦੋਂ ਦਾ ਹਿੰਦੁਸਤਾਨ ਜਾਂ ਪੰਜਾਬ ਉੱਤੇ ਪੈ ਰਿਹਾ ਹੈ, ਇਸ ਨਾਲ ਖਾਸ ਤੌਰ ਤੇ ਜਿਹੜੀ ਸਾਡੀ ਪੜ੍ਹਾਈ ਹੈ, ਉਹ ਭਾਵੇਂ ਸਕੂਲ ਪੱਧਰ ਦੀ ਹੈ, ਭਾਵੇਂ ਕਾਲਜ ਪੱਧਰ ਦੀ ਹੈ, ਭਾਵੇਂ ਯੂਨੀਵਰਸਿਟੀ ਪੱਧਰ ਦੀ ਹੈ, ਸਾਰੀ ਤੇ ਹੀ ਬਹੁਤ ਪ੍ਰਭਾਵ ਪੈ ਰਿਹਾ ਹੈ। ਉਸ ਦਾ ਕਾਰਨ ਇਹ ਹੈ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਦਾ, ਆਨਲਾਈਨ ਪੜ੍ਹਾਈ ਦਾ ਜੋ ਸੰਕਲਪ ਸਾਡਾ ਹੁਣ ਆਇਆ ਹੈ, ਉਸ ਦੇ ਨਾਲ ਬਹੁਤ ਹੀ ਇਫੈਕਟਿਵ ਨਹੀਂ ਹੈ। ਉਸ ਦਾ ਕਾਰਨ ਮੈਂ ਸਮਝਦਾ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਰੈਗੂਲਰ ਆਪਣੀਆਂ ਕਲਾਸਾਂ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸੀ, ਜਿਸ ਤਰ੍ਹਾਂ ਦਾ ਉਹਨਾਂ ਤੋਂ ਸਾਨੂੰ ਰਿਸਪੌਂਸ ਮਿਲਦਾ ਸੀ, ਉਹ ਸ਼ਾਇਦ ਹੁਣ ਨਹੀਂ ਹੈ। ਆਮ ਤੌਰ ਤੇ ਕੀ ਕਰਦੇ ਨੇ ਬੱਚੇ, ਆਪਣਾ ਫੋਨ ਔਨ ਕਰ ਦਿੰਦੇ ਨੇ, ਉਦੋਂ ਬਾਅਦ ਆਪ ਪਤਾ ਨਹੀਂ ਕੀ ਕਰ ਰਹੇ ਨੇ, ਕੀ ਨਹੀਂ ਕਰ ਰਹੇ, ਸੁਣ ਰਹੇ ਨੇ ਜਾਂ ਨਹੀਂ ਸੁਣ ਰਹੇ। ਇਸ ਬਾਰੇ ਇਸੇ ਕਰਕੇ ਹੀ ਪੜ੍ਹਾਈ ਦਾ ਲੈਵਲ ਸਾਡਾ ਜਿਹੜਾ ਹੈ ਦਿਨੋਂ ਦਿਨ ਨਿਘਾਰ ਵੱਲ ਨੂੰ ਜਾ ਰਿਹਾ ਹੈ। ਖਾਸ ਤੌਰ ਤੇ ਇਹਦਾ ਪਹਿਲੀ ਗੱਲ ਤਾਂ ਇਹ ਆ ਕਿ ਹਰ ਬੱਚੇ ਦੀ ਪਹੁੰਚ ਵਿੱਚ ਹੀ ਨਹੀਂ ਆਪਣਾ ਜਿਹੜਾ ਫੋਨ ਹੈ, ਜਿਹੜਾ ਖਾਸ ਤੌਰ ਤੇ ਸਮਾਰਟਫੋਨ ਇਹਦੇ ਲਈ ਚਾਹੀਦਾ ਹੈ, ਉਹ ਪਹੁੰਚ ਵਿੱਚ ਹੀ ਨਹੀਂ। ਤੇ ਜਿਨ੍ਹਾਂ ਲੋਕਾਂ ਦੀ ਪਹੁੰਚ ਵਿੱਚ ਹੈ, ਉਹ ਬੱਚੇ ਮੈਂ ਆਮ ਤੌਰ ਤੇ ਦੇਖਿਆ ਸਾਡੇ ਘਰਾਂ ਵਿੱਚ ਕਿ ਉਹ ਪੜ੍ਹਾਈ ਨਾਲੋਂ ਗੇਮਾਂ ਤੇ ਜ਼ਿਆਦਾ ਇਹਦੇ ਤੇ ਲੱਗੇ ਰਹਿੰਦੇ ਨੇ, ਜਿਸ ਕਰਕੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਤੇ ਵੀ ਅਸਰ ਪੈ ਰਿਹਾ, ਤੇ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਪੜ੍ਹਾਈ ਆ, ਜਿਸ ਪੱਧਰ ਤੇ ਉਹਨਾਂ ਦੀ ਸਕੂਲਾਂ ਵਿੱਚ ਹੋਣੀ ਸੀ ਜਾਂ ਕਾਲਜਾਂ ਵਿੱਚ ਹੋਣੀ ਸੀ ਜਾਂ ਯੂਨੀਵਰਸਿਟੀਆਂ ਵਿੱਚ ਹੋਣੀ ਸੀ, ਉਹ ਨਹੀਂ ਹੋ ਰਹੀ। ਉਹ ਉਸ ਤਰ੍ਹਾਂ ਦਾ ਗਿਆਨ ਹਾਸਲ ਨਹੀਂ ਕਰ ਰਹੇ ਜੋ ਉਹਨਾਂ ਨੂੰ ਹਾਸਲ ਕਰਨਾ ਬਹੁਤ ਜ਼ਰੂਰੀ ਸੀ ਜੀ। ਇਹਦੇ ਨਾਲ ਹੀ ਪ੍ਰੋਫੈਸਰ ਸਾਹਿਬ, ਅਗਲਾ ਸਵਾਲ ਜੁੜਦਾ ਹੈਗਾ ਵੀ ਜਿਹੜੇ ਬੱਚੇ ਹੁਣ ਅਗਲੀਆਂ ਕਲਾਸਾਂ 'ਚ ਅਪਗ੍ਰੇਡ ਹੋ ਗਏ, ਉਹਨਾਂ ਲਈ ਵੀ ਇੱਕ ਗੰਭੀਰ ਸਮੱਸਿਆ, ਤੇ ਮਾਪਿਆਂ ਲਈ ਵੀ ਇਹ ਪਰੇਸ਼ਾਨੀ ਦਾ ਕਾਰਨ ਹੈ, ਚਿੰਤਾ ਦਾ ਵਿਸ਼ਾ ਹੈ ਕਿ ਉਹ ਬੱਚੇ ਆਉਣ ਵਾਲੇ ਜਿਹੜੇ ਕੰਪੀਟੀਸ਼ਨਸ ਹੋਣਗੇ, ਮੁਕਾਬਲੇ ਹੋਣਗੇ, ਉਹਨਾਂ ਵਿੱਚ ਆਪਣੀ ਥਾਂ ਬਣਾ ਸਕਣਗੇ ਜਾਂ ਉਹਨਾਂ ਮੁਕਾਬਲਿਆਂ ਲਈ ਐਲੀਜੀਬਲ ਹੋਣਗੇ। ਕੀ ਸਮਝਦੇ ਹੋ? ਇਹ ਬਹੁਤ ਵੱਡਾ ਮਸਲਾ ਹੈ ਅੱਜ ਦਾ। ਖਾਸ ਤੌਰ ਤੇ ਜਿਹੜੇ ਬੱਚੇ ਸਾਡੇ ਅੱਜ ਹੁਣ ਨਵੀਆਂ ਕਲਾਸਾਂ 'ਚ ਗਏ ਨੇ, ਉਹ ਅਸੀਂ ਆਲੇ ਦੁਆਲੇ ਤੋਂ ਜਿੰਨਾ ਕੁ ਸਰਵੇ ਕੀਤਾ ਹੈ, ਉਹਦੇ ਮੁਤਾਬਕ ਇਹ ਆ ਕਿ ਜਿਹੜੇ ਨਲਾਇਕ ਬੱਚੇ ਆ, ਉਹਨਾਂ ਦੇ ਵੀ 99 ਜਾਂ 100% ਤੱਕ ਨੰਬਰ ਆਏ ਨੇ, ਪਰ ਜਦੋਂ ਉਹ ਕੰਪੀਟੀਸ਼ਨ ਵਿੱਚ ਜਾਣਗੇ, ਉਹ ਉੱਥੇ ਕੁਝ ਨਹੀਂ ਕਰ ਸਕਣਗੇ। ਉਸ ਦਾ ਕਾਰਨ ਇਹੀ ਹੈ ਕਿ ਘਰੇ ਬੈਠ ਕੇ ਆਨਲਾਈਨ ਜਿਹੜੇ ਪੇਪਰ ਉਹਨਾਂ ਦੇ ਹੋ ਰਹੇ ਨੇ, ਨਕਲ ਮਾਰ ਕੇ ਕਰ ਰਹੇ ਨੇ। ਇਸ ਕਰਕੇ ਉਹਨਾਂ ਦਾ ਗਿਆਨ ਜਿਹੜਾ ਸੀ, ਜੋ ਉਹਨਾਂ ਨੇ ਹਾਸਲ ਕਰਨਾ ਸੀ ਆਪਣੀਆਂ ਕਲਾਸਾਂ ਵਿੱਚ ਜਾ ਕੇ ਆਪਣੇ ਅਧਿਆਪਕਾਂ ਤੋਂ, ਉਸ ਤੋਂ ਉਹ ਵਿਰਵੇ ਹੋ ਗਏ ਨੇ। ਤੇ ਖਾਸ ਤੌਰ ਤੇ ਇੱਕ ਹੋਰ ਜਿਹੜੀ ਮੇਨ ਸਮੱਸਿਆ ਕਿ ਉਹ ਆਪਣੇ ਮਾਪਿਆਂ ਲਈ ਵੀ ਸਿਰਦਰਦੀ ਬਣੇ ਹੋਏ ਨੇ। ਕਿੱਥੇ ਸਕੂਲ ਵਿੱਚ ਜਾ ਕੇ ਉਹਨਾਂ ਦਾ ਟਾਈਮ ਜਿਹੜਾ ਪੜ੍ਹਾਈ ਵਿੱਚ ਪਾਸ ਹੁੰਦਾ ਸੀ, ਘਰ ਰਹਿ ਕੇ
ਉਹ ਤਰ੍ਹਾਂ ਦੀਆਂ ਸਮੱਸਿਆਵਾਂ ਆਪਣੇ ਪੇਰੈਂਟਸ ਨੂੰ, ਆਪਣੇ ਮਾਪਿਆਂ ਨੂੰ ਦੇ ਰਹੇ ਨੇ। ਖਾਸ ਤੌਰ 'ਤੇ ਸਾਰਾ ਦਿਨ ਉਹਨਾਂ ਦਾ ਜੰਕ ਫੂਡ ਵਾਲੀ ਧਿਆਨ ਰਹਿੰਦਾ ਕਿ ਸਾਨੂੰ ਆਹ ਲਿਆ ਦਿਓ, ਜਿਸ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਅਸਲ ਪੜ੍ਹਾਈ ਜੋ ਉਹਨਾਂ ਦੇ ਸੰਸਥਾ ਵਿੱਚ ਜਾ ਕੇ ਹੋਣੀ ਸੀ ਉਹ ਨਹੀਂ ਹੋ ਰਹੀ। ਇਸੇ ਕਰਕੇ ਹੀ ਇਹ ਜਿਹੜਾ ਸਾਡਾ ਆਨਲਾਈਨ ਪੜ੍ਹਾਈ ਦਾ ਸਿਸਟਮ ਹੈ ਉਹ ਬਹੁਤਾ ਕਾਮਯਾਬ ਨਹੀਂ ਹੋਇਆ। ਅਤੇ ਜਿਸ ਤਰ੍ਹਾਂ ਦੀ ਅਸੀਂ ਵਿਦਿਆਰਥੀ ਅਗਲੀਆਂ ਕਲਾਸਾਂ ਵਿੱਚ ਲਿਜਾ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਭਵਿੱਖ ਬਹੁਤ ਧੁੰਦਲਾ, ਉਹ ਕੁਝ ਵੀ ਕਰ ਨਹੀਂ ਸਕਣ ਦੇ ਕਾਬਲ ਨਹੀਂ ਹੋਣਗੇ। ਉਸ ਦਾ ਇਹੀ ਹੈ ਕਿ ਕਿਉਂਕਿ ਉਹਨਾਂ ਦੀ ਜੇਕਰ ਸਟੱਡੀ ਠੀਕ ਢੰਗ ਨਾਲ ਹੋਏਗੀ, ਠੀਕ ਢੰਗ ਨਾਲ ਉਹ ਪੜ੍ਹਨਗੇ, ਆਪਣੇ ਸੰਸਥਾਵਾਂ ਵਿੱਚ ਜਾਣਗੇ, ਤਾਂ ਉੱਥੇ ਸਿਰਫ ਪੜ੍ਹਾਈ ਨਹੀਂ, ਹੋਰ ਬੜਾ ਕੁਝ ਆਪਣੇ ਅਧਿਆਪਕਾਂ ਤੋਂ ਸਿੱਖਦੇ ਨੇ। ਆਪਣੇ ਜੋ ਰਹਿਣ ਸਹਿਣ ਦੇ ਢੰਗ ਜਾਂ ਹੋਰ ਹਰ ਤਰ੍ਹਾਂ ਦੀ ਸਿੱਖਿਆ, ਜਿਹੜੀ ਮੋਰਲ ਸਿੱਖਿਆ ਹੈ, ਨੈਤਿਕ ਸਿੱਖਿਆ ਹੈ, ਉਹ ਵੀ ਉਹਨਾਂ ਨੂੰ ਉਹਨਾਂ ਇੰਸਟੀਟਿਊਸ਼ਨ ਵਿੱਚੋਂ ਹੀ ਮਿਲਣੀ ਹੈ ਜਿਸ ਤੋਂ ਉਹ ਵਿਰਵੇ ਹੋ ਰਹੇ ਨੇ। ਪੇਰੈਂਟਸ ਭਾਵੇਂ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਪਰ ਆਮ ਤੌਰ 'ਤੇ ਬੱਚੇ ਆ ਕਿ ਆਪਣੇ ਜਿੰਨਾ ਕੁ ਅਧਿਆਪਕਾਂ ਦਾ ਕਹਿਣਾ ਮੰਨਦੇ ਆ, ਆਪਣੇ ਪੇਰੈਂਟਸ ਦਾ, ਆਪਣੇ ਮਾਪਿਆਂ ਦਾ ਉਸ ਤਰ੍ਹਾਂ ਕਹਿਣਾ ਨਹੀਂ ਮੰਨਦੇ, ਜਿਸ ਕਰਕੇ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਵੀ ਨਹੀਂ ਆ ਰਹੀਆਂ ਅਤੇ ਨਾਲ ਦੀ ਨਾਲ ਪੜ੍ਹਾਈ ਵਾਲੇ ਪਾਸੇ ਵੀ ਉਹ ਥੱਲੇ ਨੂੰ ਜਾ ਰਹੇ ਨੇ। ਧੜਾ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਖੁੱਲ੍ਹੇ, ਇਹਨਾਂ ਦੀ ਕੀ ਮਨਸ਼ਾ ਸਮਝਦੇ ਹੋ? ਇਹਦੇ ਨਾਲ ਹੀ ਨਵੇਂ ਸੈਸ਼ਨ ਦੇ ਵਿੱਚ ਜਿਹੜੇ ਰੂਲ ਰੈਗੂਲੇਸ਼ਨ ਆਏ ਆ ਨਵੇਂ ਸੈਸ਼ਨ ਦੇ, ਵੀ ਪੂਰੀਆਂ ਫੀਸਾਂ ਹੁਣ ਮਤਲਬ ਸਕੂਲਾਂ ਵਾਲੇ ਲੈ ਰਹੇ ਨੇ, ਪਰ ਬੱਚਿਆਂ ਦਾ ਮਤਲਬ ਉਹੀ ਹੈਗਾ, ਬੱਚੇ ਸਕੂਲ ਨਹੀਂ ਜਾ ਰਹੇ ਹੈ ਨਾ। ਫਿਰ ਬੱਚਿਆਂ ਦੇ ਮਾਪਿਆਂ ਦਾ ਵੀ ਕਿਤੇ ਨਾ ਕਿਤੇ ਇਹ ਮੰਨਣਾ ਵੀ ਅਸੀਂ ਫਿਰ ਪੂਰੀਆਂ ਫੀਸਾਂ ਕਿਉਂ ਦਈਏ, ਜਿਹੜੇ ਐਨੂਅਲ ਚਾਰਜਸ ਹੈਗੇ ਉਹ ਅਸੀਂ ਕਿਉਂ ਦਈਏ ਜੀ? ਇਹਦੇ ਬਾਰੇ ਤੁਹਾਡਾ ਕੀ ਮੰਨਣਾ? ਆਮ ਤੌਰ 'ਤੇ ਜਦੋਂ ਕੋਵਿਡ-19 ਸ਼ੁਰੂ ਹੋਇਆ, ਪਹਿਲਾਂ ਇਹ ਸੀ ਕਿ ਸਕੂਲਾਂ ਵਾਲਿਆਂ ਨੂੰ ਹਦਾਇਤਾਂ, ਸਾਡੇ ਜਿਹੜਾ ਮਿਨਿਸਟਰੀ ਸੀ ਐਜੂਕੇਸ਼ਨ ਦੀ, ਉਹਨਾਂ ਦੀਆਂ ਸੀ ਕਿ ਸਿਰਫ ਉਹਨਾਂ ਤੋਂ ਟਿਊਸ਼ਨ ਫੀਸ ਲਈ ਜਾਵੇ। ਪਰ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ, ਉਹਨਾਂ ਦੀਆਂ ਮੈਨੇਜਮੈਂਟਾਂ ਸੀ, ਉਹ ਕਹਿੰਦੀਆਂ ਕਿ ਸਾਡੇ ਖਰਚੇ ਬਹੁਤ ਨੇ, ਉਹ ਹਾਈ ਕੋਰਟ ਵਿੱਚ ਚਲੇ ਗਏ। ਹਾਈ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਕਿ ਉਹ ਸਾਰੇ ਜਿਹੜੇ ਐਨੂਅਲ ਚਾਰਜਸ ਉਹਨਾਂ ਤੋਂ ਲੈ ਸਕਦੇ ਨੇ। ਪਰ ਇਹਦੇ ਨਾਲ ਮੈਂ ਸਮਝਦਾ ਕਿ ਪੇਰੈਂਟਸ 'ਤੇ ਤਾਂ, ਮਾਪਿਆਂ 'ਤੇ ਬੋਝ ਤਾਂ ਹੈ ਹੀ ਹੈ, ਨਾਲ ਦੀ ਨਾਲ ਜਿਹੜੇ ਉਹਨਾਂ ਦੇ ਇੰਪਲਾਈਜ਼ ਨੇ, ਭਾਵੇਂ ਉਹ ਅਧਿਆਪਕ ਨੇ, ਭਾਵੇਂ ਉਹਨਾਂ ਨੇ ਆਪਣੀਆਂ ਵੈਨਾਂ 'ਤੇ ਡਰਾਈਵਰ ਰੱਖੇ ਨੇ, ਉਹਨਾਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਉਹਨਾਂ ਨੂੰ ਨਾ ਤਾਂ ਪੂਰੀ ਤਨਖਾਹ ਦਿੱਤੀ ਜਾ ਰਹੀ ਹੈ, ਜਿਹੜੇ ਡਰਾਈਵਰ ਨੇ ਉਹ ਆਪਣੇ ਘਰੇ ਬੈਠੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ, ਪਰ ਜਿਹੜੇ ਮਾਪਿਆਂ ਤੋਂ ਸਾਰੇ ਚਾਰਜਸ ਲੈ ਜਾ ਰਹੇ ਨੇ। ਇੱਕ ਤਰ੍ਹਾਂ ਨਾਲ ਇਹ ਲੋਕਾਂ ਦਾ ਸ਼ੋਸ਼ਣ ਇਸ ਰਾਹੀਂ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਸਾਡੀ ਜਿਹੜੀ ਪੜ੍ਹਾਈ ਦਾ ਜੋ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 2020 ਜਿਸ ਨੂੰ ਕਹਿੰਦੇ ਨੇ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਅਜਿਹਾ ਕੁਛ ਪਾ ਦਿੱਤਾ ਹੈ ਜਿਹਦੇ ਨਾਲ ਨਾ ਤਾਂ ਜਿਹੜੇ ਸਿੱਖਿਆ ਸ਼ਾਸਤਰੀ ਨੇ ਉਹਨਾਂ ਨੂੰ ਸਮਝ ਆ ਰਹੀ ਹੈ, ਨਾ ਅਧਿਆਪਕਾਂ ਨੂੰ ਸਮਝ ਆ ਰਹੀ ਹੈ, ਨਾ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਇਸ ਨੂੰ ਲਾਗੂ ਕਰ ਦਿੱਤਾ ਤਾਂ ਸਾਡਾ ਭਵਿੱਖ ਕੀ ਹੋਏਗਾ। ਹੁਣ ਜਿਹੜਾ ਉਹਨਾਂ ਨੇ ਵੱਖ-ਵੱਖ ਕਲਾਸਾਂ ਦਾ ਕਰ ਦਿੱਤਾ ਕਿ ਇੱਥੋਂ ਤੱਕ ਜਿਹੜੀ ਜਿਹੜੀ ਟੰਗ ਹੈ, ਮਾਂ ਬੋਲੀ ਉਹ ਪੜ੍ਹਾਈ ਜਾਊਗੀ, ਉਦੋਂ ਅੱਗੇ ਨਾਲ ਹਿੰਦੀ, ਸੰਸਕ੍ਰਿਤ ਪੜ੍ਹਾਈ ਜਾਊਗੀ, ਜਿਹੜੀ ਕਿ ਸੰਸਕ੍ਰਿਤ ਅੱਜ ਕੱਲ੍ਹ ਬਿਲਕੁਲ ਮਰ ਚੁੱਕੀ ਹੈ ਭਾਸ਼ਾ, ਜਿਹਦੇ ਬਾਰੇ ਕੋਈ ਇਸ ਦੀ ਜ਼ਰੂਰਤ ਨਹੀਂ ਹੈ। ਪਰ ਉਹਨਾਂ ਨੂੰ ਜਾਣ ਬੁੱਝ ਕੇ ਸਾਡੀ ਜਿਹੜੀ ਹੁਣ ਦੀ ਜਿਹੜੀ ਕੇਂਦਰ ਸਰਕਾਰ ਆ ਉਹ ਭਗਵਾਂ ਕਰਨ ਆਪਣਾ ਐਜੂਕੇਸ਼ਨ ਦਾ ਕਰ ਰਹੀ ਹੈ, ਤਾਂ ਉਹ ਜਾਣ ਬੁੱਝ ਕੇ ਇਹੋ ਜਿਹਾ ਕੁਝ ਲਿਆ ਰਹੀ ਆ ਜਿਹਦੇ ਨਾਲ ਅਸੀਂ ਫਿਰ ਪਿਛਲੀਆਂ ਸਦੀਆਂ ਵੱਲ ਨੂੰ ਮੁੜਦੇ ਜਾ ਰਹੇ ਹਾਂ, ਫਿਰ ਪਿੱਛੇ ਨੂੰ ਮੁੜ ਰਹੇ ਹਾਂ ਅਸੀਂ। ਉਹ ਜਿਹੜੀਆਂ ਸਾਡੇ ਜਿਹੜੀਆਂ ਮਿਥਸ ਨੇ, ਮਿਥਿਹਾਸਕ ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਸਾਡੇ ਸਿਲੇਬਸਾਂ ਵਿੱਚ ਫਿਰ ਲਿਆਂਦਾ ਜਾ ਰਿਹਾ, ਜਿਸ ਦਾ ਸਾਨੂੰ ਕੋਈ ਫਾਇਦਾ ਨਹੀਂ। ਸਾਡੇ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ, ਉਹਦੇ ਵਿੱਚ ਬਹੁਤ ਕੁਝ ਅਜਿਹਾ ਪਾਇਆ ਜਾ ਰਿਹਾ, ਸਿਲੇਬਸਾਂ ਵਿੱਚ ਇਹੋ ਜਿਹਾ ਕੁਝ ਪਾਇਆ ਜਾ ਰਿਹਾ ਜਿਹੜਾ ਕਿ ਸਾਡੀ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੀ ਬਰਬਾਦੀ ਦਾ ਕਾਰਨ ਬਣੇਗਾ, ਉਹਨਾਂ ਨੂੰ ਕੋਈ ਨਵੀਂ ਸੇਧ ਨਹੀਂ ਦੇਵੇਗਾ। ਜੀ, ਗੱਲ ਚੱਲ ਰਹੀ ਹੈ ਸਿਆਸਤ ਦੀ, ਹੈ ਨਾ, ਕਿ ਸਿਆਸਤ ਇਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆ ਰਹੀ ਆ, ਅਤੇ ਇੱਥੇ ਇੱਕ ਸਵਾਲ ਇਹ ਉੱਠਦਾ ਹੈਗਾ ਪ੍ਰੋਫੈਸਰ ਸਾਹਿਬ ਕਿ ਜਿਹੜੇ ਸਕੂਲ ਬੰਦ ਰੱਖੇ ਆ, ਬਾਕੀ ਸਾਰਾ ਕੁਛ ਓਪਨ ਹੈ, ਕੀ ਇਹ ਸਿਆਸੀ ਪਾਰਟੀਆਂ ਦਾ ਕੋਈ ਮਫਾਦ ਇਹਦੇ ਪਿੱਛੇ ਲੁਕਿਆ ਹੋਇਆ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਹ ਮਫਾਦ ਆ। ਅਸਲ ਕੋਈ ਵੀ ਸਰਕਾਰ ਆ ਸਾਡੀ, ਭਾਵੇਂ ਉਹ ਕੇਂਦਰ ਦੀ ਸਰਕਾਰ ਆ, ਭਾਵੇਂ ਪੰਜਾਬ ਦੀ ਸਰਕਾਰ ਆ, ਉਹ ਨਹੀਂ ਚਾਹੁੰਦੇ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਜਾਗਰੂਕ ਹੋਵੇ।
ਉਹਨਾਂ ਨੂੰ ਤਾਂ ਸਿਰਫ ਵੋਟਾਂ ਨਜ਼ਰ ਆਉਂਦੀਆਂ ਨੇ, ਹੋਰ ਕੁਝ ਨਹੀਂ ਨਜ਼ਰ ਆਉਂਦਾ ਲੋਕਾਂ ਵਿੱਚ। ਸਿਰਫ ਉਹਨਾਂ ਲਈ ਤਾਂ ਉਹ ਵੋਟਾਂ ਨੇ, ਨਾ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦਾ ਫਿਕਰ ਹੈ, ਨਾ ਉਹਨਾਂ ਦੇ ਭਵਿੱਖ ਦਾ ਫਿਕਰ ਹੈ। ਇਸੇ ਕਰਕੇ ਹੀ ਅਜਿਹਾ ਹੋਣ ਕਰਕੇ ਹੀ ਸਾਡੇ ਜਿਹੜੇ ਵਿਦਿਆਰਥੀ ਆ +2 ਤੋਂ ਬਾਅਦ ਉਹ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਹੇ ਆ, ਕਿਉਂਕਿ ਇੱਥੇ ਨਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਪੜ੍ਹਾਂਗੇ ਤਾਂ ਉਦੋਂ ਬਾਅਦ ਸਾਨੂੰ ਕੋਈ ਨੌਕਰੀ ਨਹੀਂ ਮਿਲਣੀ। ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਉਹ ਇਹੋ ਜਿਹਾ ਕਿ ਉਹਨਾਂ ਲਈ ਸਿਰਫ ਵਾਈਟ ਕਾਲਰਡ ਜੌਬਸ ਹੀ ਉਹਨਾਂ ਵਾਸਤੇ ਹੀ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਉਹਦੇ ਲਈ ਉਹਨਾਂ ਦੀ ਉਸ ਤਰ੍ਹਾਂ ਦੀ ਤਿਆਰੀ ਜਿਹਦੀ ਕਿ ਖਾਸ ਤੌਰ 'ਤੇ ਸਾਡੇ ਜ਼ਰੂਰਤ ਹੈ ਕਿ ਹਰ ਬੱਚੇ ਨੂੰ ਉਸ ਤਰ੍ਹਾਂ ਦਾ ਆਪਣੇ ਆਪ ਉਹ ਆਪਣਾ ਰੁਜ਼ਗਾਰ ਪੈਦਾ ਕਰ ਸਕੇ, ਅਜਿਹੀ ਉਹਦੇ ਅੰਦਰ ਹੁਨਰ ਵਿਕਾਸ ਹੋਵੇ। ਪਰ ਸਾਡੀ ਤਾਂ ਸੈਂਟਰ ਗੌਰਮੈਂਟ ਨੇ ਜਿਹੜਾ ਇਹ ਮਨੁੱਖੀ ਸੰਸਾਧਨ ਮੰਤਰਾਲਾ ਸੀ ਉਹਦਾ ਨਾਂ ਹੀ ਸਿੱਖਿਆ ਵਿਭਾਗ ਕਰ ਦਿੱਤਾ ਹੈ, ਕਿਉਂਕਿ ਉਹ ਅਸਲ ਵਿੱਚ ਜਿਹੜਾ ਉਸ ਦਾ ਮਕਸਦ ਕਿਉਂ ਮਾਨਵ ਸੰਸਾਧਨ ਮਨੁੱਖੀ ਸਰੋਤ ਦਾ ਜਿਹੜਾ ਮੰਤਰਾਲਾ ਬਣਾਇਆ ਸੀ, ਕਿਉਂਕਿ ਮਨੁੱਖੀ ਸਰੋਤ ਪੈਦਾ ਕਰਨਾ ਸੀ, ਮਨੁੱਖਾਂ ਨੂੰ ਤਿਆਰ ਕਰਨਾ ਸੀ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਉਹ ਉੱਚੀਆਂ ਪਦਵੀਆਂ 'ਤੇ ਪਹੁੰਚਣ, ਵੱਖ-ਵੱਖ ਨਵੇਂ ਖੋਜਾਂ ਕਰਨ ਅਤੇ ਉਹ ਨਵੇਂ ਸਾਧਨ ਲੱਭਣ। ਪਰ ਸਾਡੀ ਸਰਕਾਰ ਜਿਹੜੀ ਆ ਉਹ ਬੈਕਫੁੱਟ 'ਤੇ ਹੋ ਰਹੀ ਆ, ਉਹ ਪਿੱਛੇ ਨੂੰ ਜਾ ਰਹੀ ਆ। ਉਹਦੀ ਮਨਸ਼ਾ ਹੈ ਹੀ ਨਹੀਂ ਕਿ ਲੋਕ ਜਾਗਰੂਕ ਹੋਣ, ਬੱਚੇ ਸਾਡੇ ਜਾਗਰੂਕ ਹੋਣ। ਇਸੇ ਕਰਕੇ ਉਹ ਸਾਡਾ ਜਿਹੜਾ ਯੂਥ ਹੈ ਉਸ ਨੂੰ ਜਾਣ ਬੁੱਝ ਕੇ ਵਿਦੇਸ਼ਾਂ ਵੱਲ ਨੂੰ ਤੋਰ ਰਹੀ ਆ ਕਿ ਨਾ ਰਹਿਣਗੇ, ਨਾ ਸਾਡੀਆਂ ਕੁਰਸੀਆਂ ਨੂੰ ਖਤਰਾ ਹੋਏਗਾ, ਨਾ ਸਾਨੂੰ ਕੋਈ ਚੈਲੰਜ ਹੋਏਗਾ। ਦੋਸਤੋ, ਗੱਲ ਚੱਲ ਰਹੀ ਹੈ ਸਿੱਖਿਆ ਬਾਰੇ ਅਤੇ ਸਿੱਖਿਆ ਦੇ ਸਿਆਸੀਕਰਨ ਬਾਰੇ, ਅਤੇ ਵੇਲਾ ਹੋ ਰਿਹਾ ਹੁਣ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਕਾਲਾ ਕੁੜਤਾ ਪਜਾਮਾ ਕਾਲੀ ਰੇਬਨ ਦੀ ਲਾ ਕੇ ਨੀ ਸੀਟੀ ਉੱਤੇ ਬਹਿ ਜਾ, ਹਾਏ ਸੀਟੀ ਉੱਤੇ ਬਹਿ ਜਾ, ਚਮਕੀਲਾ ਬਾਈ ਲਾ ਕੇ ਨੀ ਟੱਪ ਗਿਰ ਪਾ ਕੇ ਫਿਰ ਬੱਲੀਏ, ਟੱਪ ਗਿਰ ਪਾ ਕੇ ਫਿਰ ਬੱਲੀਏ, ਜਾਨੀਆਂ ਨੀ ਹਵਾ ਨਾਲ ਗੱਲਾਂ ਮਾਰਦੇ ਸਰੀ ਟੁੱਟਰਾਂ ਤੋਂ ਤੱਕ ਸੋਹਣੀਏ, ਚੱਲ ਤੇ ਟਰਾਲੇ ਸਰਦਾਰ ਦੇ ਸਰੀ ਟੁੱਟਰਾਂ ਤੋਂ ਤੱਕ ਸੋਹਣੀਏ, ਚੱਲ ਤੇ ਟਰਾਲੇ ਸਰਦਾਰ ਦੇ। ਰੜਕੇ 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 ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਪੈਂਦੇ ਭੰਗੜੇ ਕੋਠੇ ਦੇ ਉੱਤੇ ਚੜ ਕੇ, ਨੀ ਟੁੱਟੀਆਂ ਦੀ ਚੱਲੇ ਪਾਰਟੀ, ਨੀ ਪੈਂਦੇ ਭੰਗੜੇ ਕੋਠੇ ਦੇ ਉੱਤੇ ਚੜ ਕੇ। ਹੋਣਾ ਗਮਗੀਨ ਨਾਲੇ ਮੌਸਮ ਉਦਾਸ, ਹੋਣਾ ਗਮਗੀਨ ਨਾਲੇ ਮੌਸਮ ਉਦਾਸ, ਦੱਸ ਰੱਬਾ ਇੰਨਾ ਕਿਉਂ ਕਰੋਪ ਹੋ ਗਿਆ, ਦੱਸ ਰੱਬਾ ਇੰਨਾ ਕਿਉਂ ਕਰੋਪ ਹੋ ਗਿਆ, ਤਾਂ ਹਮਾਰੇ ਮਾਂ ਬੋਲੀ ਕਿੱਥੇ ਸੁਰਾਂ ਦਾ ਸਿਕੰਦਰ ਅਲੋਪ ਹੋ ਗਿਆ ਵੇ, ਤਾਂ ਹਮਾਰੇ ਮਾਂ ਬੋਲੀ ਕਿੱਥੇ ਸੁਰਾਂ ਦਾ ਸਿਕੰਦਰ ਅਲੋਪ ਹੋ ਗਿਆ ਵੇ, ਤਾਂ ਹਮਾਰੇ ਮਾਂ ਬੋਲੀ। ਬੁਲ ਬੁਲ ਬੈਠੀ ਹੰਝੂ ਫੁੱਲਾਂ ਉੱਤੇ ਘੇਰੇ, ਬੁਲ ਬੁਲ ਬੈਠੀ ਹੰਝੂ ਫੁੱਲਾਂ ਉੱਤੇ ਘੇਰੇ, ਨਾਲੇ ਕੋਲ ਬੈਠੀ ਬਾਗਾਂ 'ਚ ਉਦਾਸ ਹੋਈ ਐ, ਕੋਲ ਬੈਠੀ ਬਾਗਾਂ 'ਚ ਉਦਾਸ ਹੋਈ ਐ, ਮੋਇਆ ਬਿਰਸੇ ਦਾ ਪੁੱਤ ਦੇਵੀ ਸੁਰਾਂ ਦੀ ਜਨਾਜੇ ਕੋਲ ਬਹਿ ਕੇ ਰੋਈ ਐ, ਮੋਇਆ ਬਿਰਸੇ ਦਾ ਪੁੱਤ ਦੇਵੀ ਸੁਰਾਂ ਦੀ ਜਨਾਜੇ ਕੋਲ ਬਹਿ ਕੇ ਰੋਈ ਐ, ਮੋਇਆ ਬਿਰਸੇ ਦਾ ਪੁੱਤ। ਵੇਚੂ ਫੋੜ ਟਰੈਕਟਰ ਦੇਣੀ ਵੇਚ ਟਰਾਲੀ ਨੀ, ਹਾਲ ਸੁਆਗਾ ਵੇਚ ਕੇ ਬੇੜਾ ਕਰ ਦੂੰ ਖਾਲੀ ਨੀ, ਮਰ ਕੇ ਚੰਮ ਲਹਾਉਂਦੇ ਬਚਤ ਹੋਈ ਨਾ ਆਨੇ ਦੀ, ਪਿੰਡ ਦੇ ਗੱਬੇ ਪਾਉਣੀ ਜੱਟ ਨੇ ਹੱਟ ਕਰਿਆਨੇ ਦੀ, ਪਿੰਡ ਦੇ ਗੱਬੇ ਪਾਉਣੀ ਜੱਟ ਨੇ ਹੱਟ ਕਰਿਆਨੇ ਦੀ। ਜੱਦੀ ਪੁਸ਼ਤੀ ਧੰਦਾ ਆਪਣਾ ਖੇਤੀ ਬਾੜੀ ਵੇ, ਸਭ ਰੋਣੇ ਧੋਣੇ ਲਾ ਦੂੰ ਪੂਰੇ ਆ ਗਈ ਹਾੜੀ ਵੇ, ਜੱਦੀ ਪੁਸ਼ਤੀ ਧੰਦਾ ਆਪਣਾ ਖੇਤੀ ਬਾੜੀ ਵੇ, ਸਭ ਰੋਣੇ ਧੋਣੇ ਲਾ ਦੂੰ ਪੂਰੇ ਆ ਗਈ ਹਾੜੀ ਵੇ, ਕਰਨ ਕੇ ਟਿਚਰਾ ਲੋਕੀ ਤੈਨੂੰ ਬੈਠ ਟਾਣੀਆਂ ਤੇ, ਵੇ ਆਪਾਂ ਤੋਂ ਨਹੀਂ ਹੋਣੇ ਜੱਟਾ ਕੰਮ ਫਾਣੀਆਂ ਤੇ, ਵੇ ਆਪਾਂ ਤੋਂ ਨਹੀਂ ਹੋਣੇ ਜੱਟਾ ਕੰਮ ਫਾਣੀਆਂ ਤੇ। ਤਨੂੰ ਆਡੀਓ ਕੰਪਨੀ ਦੇਣ ਜਾ ਰਹੀ ਹੈ ਮੁੰਡੇ ਕੁੜੀਆਂ ਨੂੰ ਇੱਕ ਸੁਨਹਿਰੀ ਮੌਕਾ ਅਤੇ ਲੈ ਕੇ ਆਈ ਹੈ ਇੱਕ ਵੱਖਰਾ ਅਤੇ ਦਿਲਚਸਪ ਪਲੇਟਫਾਰਮ, ਜਿਸ ਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਸਰੋਤਿਆਂ ਤੱਕ ਪਹੁੰਚਾ ਸਕਦੇ ਹੋ ਬਿਨਾਂ ਕਿਸੇ ਖਰਚ ਦੇ। ਜੀ ਹਾਂ, ਬਿਨਾਂ ਕਿਸੇ ਖਰਚ ਦੇ ਤੁਸੀਂ ਆਪਣੀ ਆਵਾਜ਼ ਵਿੱਚ ਗੀਤ ਗਾ ਕੇ ਨੀਚੇ ਦਿੱਤੀ ਗਈ ਈਮੇਲ ਤੇ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖ ਕੇ ਸੈਂਡ ਕਰੋ।
ਚੁਣੇ ਗਏ ਮੁੰਡੇ ਕੁੜੀਆਂ ਨੂੰ ਸਾਡੇ ਸਟੂਡੀਓ ਵਿੱਚ ਆਡੀਸ਼ਨ ਲਈ ਬੁਲਾਇਆ ਜਾਵੇਗਾ। ਉਹਨਾਂ ਵਿੱਚੋਂ 3 ਫਾਈਨਲਿਸਟ ਦਾ ਗੀਤ ਰਿਕਾਰਡ ਕਰਕੇ ਤੰਨੂ ਆਡੀਓ ਕੰਪਨੀ ਵਿੱਚ ਰਿਲੀਜ਼ ਕੀਤਾ ਜਾਵੇਗਾ। ਤਾਂ ਹੋ ਜੋ ਸ਼ੁਰੂ ਤੇ ਭੇਜੋ ਆਪਣੀ ਸੁਰੀਲੀ ਆਵਾਜ਼ ਵਿੱਚ ਰਿਕਾਰਡ ਕਰਕੇ ਆਡੀਓ ਕਲਿੱਪ। ਯਾਦ ਰੱਖਿਓ ਏਜ ਅੰਡਰ 30। ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਅਸੀਂ ਹਾਜ਼ਰ ਹੋਏ ਹਾਂ ਤੇ ਅੱਜ ਦੇ ਸਾਡੇ ਖਾਸ ਮਹਿਮਾਨ ਨੇ ਪ੍ਰੋਫੈਸਰ ਕਰਮ ਸਿੰਘ ਸੰਧੂ ਸਾਹਿਬ ਦੁਆਰਾ ਫਿਰ ਤੁਹਾਡਾ ਇੱਕ ਵਾਰੀ ਸਵਾਗਤ ਹੈ ਜੀ। ਤੇ ਗੱਲ ਕਰ ਰਹੇ ਸੀ ਸਿੱਖਿਆ ਦੀ ਸਿਆਸੀਕਰਨ ਬਾਰੇ। ਤੇ ਅਗਲਾ ਸਵਾਲ ਇਹ ਹੈ ਜਿਹੜਾ ਕਿ ਬੜਾ ਸੰਜੀਦਾ ਤੇ ਮੇਰੇ ਖਿਆਲ 'ਚ ਅੱਜ ਕੱਲ੍ਹ ਬੜੀ ਚਰਚਾ ਪੰਜਾਬ ਦੇ ਵਿੱਚ ਇਸ ਚੀਜ਼ ਦੀ, ਕਿਹੜੇ ਸਮਾਰਟ ਸਕੂਲ। ਮਤਲਬ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੇ ਇੱਕ ਬੜਾ ਇਹਨੂੰ ਐਡਵਰਟਾਈਜ਼ਮੈਂਟ ਕੀਤਾ ਹੈਗਾ, ਬੜੇ ਐਡ ਲਾਈ ਹੈਗੀ ਕਿ ਅਸੀਂ ਪੰਜਾਬ ਦਾ ਜਿਹੜਾ ਸਕੂਲ ਹੈ ਜੀ, ਸਕੂਲ ਨੂੰ 1 ਨੰਬਰ 'ਤੇ ਲਿਆਂਦਾ ਸਿੱਖਿਆ ਦੇ ਵਿੱਚ, ਹੈ ਨਾ, ਸਿੱਖਿਆ ਖੇਤਰ ਦੇ ਵਿੱਚ। ਇਹ ਲਗਾਤਾਰ ਸਮਾਰਟ ਸਕੂਲ ਬਣਾਉਣੇ। ਹੁਣ ਇਹਦੇ ਪਿੱਛੇ ਜੇ ਅਧਿਆਪਕਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਜੀ ਪਹਿਲਾਂ ਕੱਚੇ ਅਧਿਆਪਕ ਪੱਕੇ ਕਰੋ, ਫਿਰ ਦੂਸਰੇ ਪਾਸੇ ਅਧਿਆਪਕ ਕਹਿੰਦੇ ਵੀ ਜ਼ੋਰ ਸਾਡਾ ਸਾਰਾ ਲੱਗੀ ਜਾਂਦਾ ਜੀ ਤੇ ਨੰਬਰ ਪੰਜਾਬ ਸਰਕਾਰ ਲੈ ਰਹੀ ਹੈ। ਕੀ ਸਮਝਦੇ ਹੋ ਕਿ ਇਹ ਸਕੂਲ ਨੂੰ ਵੇਚਣ ਨੂੰ ਤਿਆਰੀ ਦੇ ਵਿੱਚ ਨਹੀਂ ਸਰਕਾਰ? ਇਹਦੇ ਵਿੱਚ ਕੀ ਮੰਨਦੇ? ਅਸਲ ਵਿੱਚ ਜਿਹੜਾ ਸਾਡੀ ਵੈਸੇ ਤਾਂ ਨੈਸ਼ਨਲ ਪੱਧਰ ਤੇ ਪਾਲਿਸੀ ਹੈ ਜੀ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਸਿਰਫ ਕਾਰਪੋਰੇਟ ਸੈਕਟਰ ਦਾ ਹੈ, ਭਾਵੇਂ ਉਹ ਕੋਈ ਵੀ ਖੇਤਰ ਆ। ਐਜੂਕੇਸ਼ਨ ਵਿੱਚ ਵੀ, ਪੜ੍ਹਾਈ ਵਿੱਚ ਵੀ ਕਾਰਪੋਰੇਟ ਸੈਕਟਰ ਨੂੰ ਲਿਆਂਦਾ ਜਾ ਰਿਹਾ ਹੈ। ਵੱਡੇ ਸਕੂਲ ਹੋਣਗੇ, ਵੱਡੇ ਕਾਲਜ ਹੋਣਗੇ, ਸਾਡੇ ਜਿੰਨੇ ਵੀ ਸਾਡੇ ਵੱਖ-ਵੱਖ ਸੁਸਾਇਟੀਆਂ ਨੇ ਕਾਲਜ ਬਣਾਏ ਸੀਗੇ ਜਿਹੜੇ ਸਿਰਫ ਸੇਵਾ ਦੀ ਖਾਤਰ ਸੀਗੇ, ਉਹ ਸਾਰੇ ਬੰਦ ਹੋਣਗੇ। ਉਹਨਾਂ ਨੇ ਲਿਮਿਟੇਸ਼ਨਸ ਲਾ ਦਿੱਤੀਆਂ ਨੇ ਕਿ ਜਿਸ ਕਾਲਜ ਦੀ ਸਟਰੈਂਥ 3000 ਹੋਏਗੀ ਉਹੀ ਚੱਲੇਗਾ। ਇਸ ਕਰਕੇ ਸਾਡੇ ਪੰਜਾਬ ਦੇ ਜਿੰਨੇ ਵੀ ਕਸਬਿਆਂ ਦੇ ਜਾਂ ਪਿੰਡਾਂ ਦੇ ਕਾਲਜ ਆ ਸਾਰੇ ਬੰਦ ਹੋ ਜਾਣਗੇ। ਸਿਰਫ ਵੱਡੇ ਸ਼ਹਿਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਗੈਰਾ ਹੀ ਰਹਿਣਗੇ ਜਿੱਥੇ ਮਤਲਬ ਉਹ ਕਾਰਪੋਰੇਟ ਸੈਕਟਰ ਦੇ ਜਿਹੜੇ ਕਾਲਜ ਸਕੂਲ ਹੋਣਗੇ, ਉਹੀ ਉਹਨਾਂ ਵਿੱਚ ਹੀ ਬਹੁਤ ਮਹਿੰਗੀ ਪੜ੍ਹਾਈ ਸਾਨੂੰ ਲੈਣੀ ਪਏਗੀ। ਸਾਡੇ ਬੱਚੇ ਸ਼ਾਇਦ ਆਮ ਜਿਹੜੇ ਪੇਰੈਂਟਸ ਆ ਉਹ ਉੱਥੇ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਣਗੇ ਜਿੰਨਾ ਖਰਚਾ ਉਹਨਾਂ ਦਾ ਹੋਏਗਾ। ਅੱਗੇ ਵੀ ਅਸੀਂ ਦੇਖਦੇ ਹਾਂ MBBS ਦੇ ਕੋਰਸਾਂ ਦਾ, IIT ਦੇ ਕੋਰਸਾਂ ਦਾ, ਆਮ ਵਿਅਕਤੀ ਤਾਂ ਉਹਨਾਂ ਨੂੰ ਪੜ੍ਹਾ ਹੀ ਨਹੀਂ ਸਕਦਾ ਉੱਥੇ, ਉਹਨਾਂ ਲਈ ਜਿਹੜੇ ਲੱਖਾਂ ਰੁਪਈਆ ਖਰਚਾ ਹੁੰਦਾ ਹੈ। ਸੋ ਇਸ ਕਰਕੇ ਸਰਕਾਰ ਦੀ ਇਹ ਪਾਲਿਸੀ ਹੈ ਕਿ ਆਮ ਲੋਕ ਜਿਹੜੇ ਨੇ ਉਹ ਬਿਲਕੁਲ ਪੜ੍ਹਨ ਹੀ ਨਾ, ਉਹ ਅਨਪੜ੍ਹ ਰਹਿ ਜਾਣ। ਸਿਰਫ ਉੱਪਰਲਾ ਤਬਕਾ ਉਹੀ ਪੜ੍ਹੇ, ਉਹੀ ਅੱਗੇ ਆਵੇ। ਤੇ ਕਿਉਂਕਿ ਉਹ ਕਾਰਪੋਰੇਟ ਸੈਕਟਰ ਦੇ ਅਧੀਨ ਚੱਲਣ ਆਪਣੇ ਪੜ੍ਹਨਗੇ ਤੇ ਉਹਨਾਂ ਸਕੂਲਾਂ ਵਿੱਚ ਉਹਨਾਂ ਨੂੰ ਐਜੂਕੇਸ਼ਨ ਵੀ ਉਸ ਤਰ੍ਹਾਂ ਦੀ ਦਿੱਤੀ ਜਾਏਗੀ ਕਿ ਉਹ ਸਿਰਫ ਪੈਸੇ ਬਾਰੇ ਸੋਚਣਗੇ, ਸਮਾਜ ਬਾਰੇ ਨਹੀਂ ਸੋਚਣਗੇ, ਲੋਕਾਂ ਬਾਰੇ ਨਹੀਂ ਸੋਚਣਗੇ। ਅਜਿਹੀ ਪਾਲਿਸੀ ਸਾਡੀ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਤਾਂ ਸੈਂਟਰ ਦੇ ਅੰਡਰ ਹੀ ਆਉਂਦੀ ਹੈ, ਕਿਉਂਕਿ ਨਵੀਂ ਐਜੂਕੇਸ਼ਨ ਪਾਲਿਸੀ ਦਾ ਹੀ ਮਕਸਦ ਇਹ ਹੈ ਕਿ ਸਿਰਫ ਗਿਣਵੇਂ ਚੁਣਵੇਂ ਲੋਕਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ, ਉਹਨਾਂ ਨੂੰ ਹੀ ਪੜ੍ਹਾਇਆ ਜਾਵੇ ਤੇ ਉਹ ਜਾ ਕੇ ਉਹ ਸਰਕਾਰ ਦੇ ਜਿਹੜੇ ਉਹ ਕਰਿੰਦੇ ਬਣ ਜਾਣ। ਉਹਨਾਂ ਦੀ ਲਗਾਮ ਜਿਹੜੀ ਹੈ ਉਹ ਸਰਕਾਰ ਦੇ ਹੱਥ ਵਿੱਚ ਹੋਵੇ ਤੇ ਉਹ ਜਿੱਧਰ ਨੂੰ ਮੋੜਨ ਉਧਰ ਨੂੰ ਉਹ ਮੁੜਨ। ਇਹ ਜਿਹੜਾ ਮਕਸਦ ਹੈ ਸਾਡੀ ਜਿਹੜੀ ਕੇਂਦਰ ਸਰਕਾਰ ਦਾ ਜਾਂ ਨਵੀਂ ਜਿਹੜੀ ਸਾਡੀ ਸਿੱਖਿਆ ਨੀਤੀ ਹੈ ਉਸ ਦਾ ਮਕਸਦ ਹੀ ਇਹ ਹੈ। ਪ੍ਰੋਫੈਸਰ ਸਾਹਿਬ, ਇੱਕ ਨੈਤਿਕ ਸਿੱਖਿਆ ਦੀ ਗੱਲ ਕਰਦੇ ਹਾਂ ਅਸੀਂ, ਹੈ ਨਾ, ਤੇ ਇਹਦੇ ਬਾਰੇ ਨਾ ਪਿਛਲੇ ਸਮੇਂ ਤੋਂ ਇੱਕ ਸਬਜੈਕਟ ਵੀ ਮੇਰੇ ਖਿਆਲ ਸਵਾਗਤ ਜ਼ਿੰਦਗੀ ਦਾ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਬੱਚਿਆਂ ਦੇ ਵਿੱਚ। ਤੇ ਇੱਥੇ ਇੱਕ ਸਵਾਲ ਇਹ ਉੱਠਦਾ ਵੀ ਕਿ ਜਿਹੜੀ ਨੈਤਿਕ ਸਿੱਖਿਆ ਸਿਰਫ ਕਿਤਾਬਾਂ ਵਿੱਚ ਆ? ਜੇ ਨੈਤਿਕ ਸਿੱਖਿਆ ਸਿਰਫ ਕਿਤਾਬਾਂ ਵਿੱਚ ਹੀ ਆ ਤੇ ਸਾਡੇ ਬਜ਼ੁਰਗਾਂ ਕੋਲ ਤਾਂ ਕਿੰਨੇ ਵਧੀਆ ਮਤਲਬ ਤੱਤ ਨੇ ਕੱਢੇ ਹੋਏ, ਉਹਨਾਂ ਕੋਲ ਕਿੰਨੀ ਨੈਤਿਕ ਸਿੱਖਿਆ ਉਹਨਾਂ ਕੋਲ, ਫਿਰ ਉਹਨਾਂ ਨੇ ਤਾਂ ਕਿਤਾਬਾਂ ਵੀ ਨਹੀਂ ਪੜ੍ਹੀਆਂ, ਉਹਨਾਂ ਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ? ਬਿਲਕੁਲ, ਇਹ ਅਸਲ ਵਿੱਚ ਇਹ ਜਿਹੜੀ ਹੈ ਨਾ ਨੈਤਿਕ ਸਿੱਖਿਆ ਜੀ, ਇਹ ਘਰ ਵਿੱਚੋਂ ਹੀ ਆਉਂਦੀ ਹੈ ਜੀ। ਉਹਦਾ ਇੱਕ ਜਿਹੜਾ ਮੈਂ ਸਮਝਦਾ ਵੀ ਅੱਜ ਜਿਹੜਾ ਕਾਰਨ ਹੈ ਇਸ ਦਾ, ਇਹ ਕਿਉਂ ਇਸ ਨੈਤਿਕ ਸਿੱਖਿਆ ਤੋਂ ਸਾਡੀ ਨੌਜਵਾਨ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ, ਉਹਦਾ ਕਾਰਨ ਹੈ ਕਿ ਅਸੀਂ ਸਾਂਝੇ ਪਰਿਵਾਰਾਂ ਦਾ ਸੰਕਲਪ ਹੀ ਖਤਮ ਹੋ ਗਿਆ। ਅੱਜ ਹਰ ਇੱਕ ਕਹਿੰਦਾ ਮੇਰਾ TV ਵੱਖਰਾ ਹੋਵੇ, ਮੇਰਾ ਬੈਡਰੂਮ ਵੱਖਰਾ ਹੋਵੇ, ਮੇਰਾ ਫੋਨ ਵੱਖਰਾ ਹੋਵੇ, ਹਰ ਚੀਜ਼ ਆਪੋ ਆਪਣੀ ਇੰਡੀਵਿਜੂਅਲਿਟੀ 'ਤੇ ਅਸੀਂ ਆ ਗਏ ਹਾਂ। ਹਰ ਕੋਈ ਕਹਿੰਦਾ ਮੇਰਾ ਆਪਣਾ ਹੋਵੇ। ਇਸ ਕਰਕੇ ਅਸੀਂ ਰਲ ਮਿਲ ਕੇ ਬੈਠਦੇ ਨਹੀਂ। ਰਲ ਮਿਲ ਕੇ ਬੈਠਦੇ ਸੀ, ਬਜ਼ੁਰਗਾਂ ਤੋਂ ਅਸੀਂ ਗੱਲਾਂ ਸੁਣਦੇ ਸੀ, ਬਜ਼ੁਰਗ ਸਾਨੂੰ ਨੈਤਿਕ ਸਿੱਖਿਆ ਦਿੰਦੇ ਸੀ, ਚੰਗੇ ਪਾਸੇ ਚੱਲਣ ਦਾ ਜਿਹੜਾ ਸਾਨੂੰ ਸੰਕਲਪ ਮਿਲਦਾ ਸੀ। ਅੱਜ ਅਸੀਂ ਜਦੋਂ ਆਪਣੇ ਕਮਰੇ ਵਿੱਚ ਇਕੱਲੇ ਹੋ ਜਾਂਦੇ ਹਾਂ, ਅੱਜ ਕੱਲ੍ਹ ਸੋਸ਼ਲ ਸਾਈਟਸ ਵੀ ਇਹੋ ਜਿਹੀਆਂ ਆ ਗਈਆਂ ਨੇ ਜਿਹੜੀਆਂ ਸਾਨੂੰ ਚੰਗੇਰੇ ਪਾਸੇ ਨਹੀਂ ਲਿਜਾਂਦੀਆਂ, ਸਗੋਂ ਰਸਾਤਲ ਵੱਲ ਨੂੰ ਲੈ ਜਾ ਰਹੀਆਂ ਨੇ। ਤੇ ਬੱਚੇ ਆਮ ਤੌਰ 'ਤੇ ਉਹਨਾਂ ਸਾਈਟਸ ਨੂੰ ਦੇਖ ਕੇ ਉਹਨਾਂ ਦਾ ਨੈਤਿਕ ਪੱਧਰ ਉੱਚਾ ਤਾਂ ਕੀ ਹੋਣਾ, ਸਗੋਂ ਹੋਰ ਗਿਰ ਰਿਹਾ ਹੈ।
ਦੂਜੀ ਤੋਂ ਪਹਿਲਾਂ ਤੁਸੀਂ ਸਮਾਰਟ ਸਕੂਲਾਂ ਦੀ ਗੱਲ ਕੀਤੀ ਸੀ ਪੰਜਾਬ ਗਵਰਨਮੈਂਟ ਦੀ, ਖਾਸ ਉਹ ਆਪਣੀ ਗੱਲ ਰਹਿ ਗਈ ਜੀ ਕਿ ਸਮਾਰਟ ਸਕੂਲ ਜਿਹੜੇ ਪੰਜਾਬ ਗਵਰਨਮੈਂਟ ਬੜਾ ਹਰ ਚੈਨਲ ਤੇ 15-15 ਮਿੰਟਾਂ ਬਾਅਦ ਐਡ ਆ ਰਹੀ ਹੈ ਵੀ ਅਸੀਂ ਪੰਜਾਬ ਨੰਬਰ 1 ਤੇ ਆ ਗਿਆ ਐਜੂਕੇਸ਼ਨ ਦੇ ਖੇਤਰ ਵਿੱਚ। ਪਰ ਉਹ ਸਮਾਰਟ ਸਕੂਲ ਜਿਵੇਂ ਬਣੇ ਨੇ, ਉਹ ਅਸੀਂ ਜਦੋਂ ਅਧਿਆਪਕਾਂ ਕੋਲੇ ਜਾਂਦੇ ਹਾਂ ਸਕੂਲਾਂ ਦੇ, ਉਹਨਾਂ ਤੋਂ ਪਤਾ ਲੱਗਦਾ ਕਿ ਜੋ ਵੀ ਅਸੀਂ ਸਕੂਲ ਆਪਣੇ ਰੰਗ ਰੋਗਨ ਕਰਵਾਏ ਆ ਜਾਂ ਜੋ ਵੀ ਅਸੀਂ ਇਨਫਰਾਸਟ੍ਰਕਚਰ ਬਣਾਇਆ, ਨਵੇਂ ਕਮਰੇ ਬਣਾਏ, ਉਹ ਪੰਚਾਇਤ ਦੀ ਸਹਾਇਤਾ ਨਾਲ, ਲੋਕਾਂ ਦੀ ਸਹਾਇਤਾ ਨਾਲ, NRI ਦੀ ਸਹਾਇਤਾ ਨਾਲ। ਸਰਕਾਰ ਨੇ ਕੁਝ ਨਹੀਂ ਕੀਤਾ ਉਹਦੇ ਵਿੱਚ। ਸਰਕਾਰ ਨੇ ਸਿਰਫ ਕੁਝ ਚੀਜ਼ਾਂ ਲਿਆ ਕੇ ਦੇ ਦਿੱਤੀਆਂ ਜਿਹੜੀਆਂ ਸਾਡੇ ਸਟੋਰਾਂ 'ਚ ਬੰਦ ਪਈਆਂ ਨੇ, ਜਿਨ੍ਹਾਂ ਦਾ ਕੋਈ ਸਮਾਰਟ ਸਕੂਲ ਤਾਂ ਸਾਨੂੰ ਕਹਿੰਦੇ ਨੇ, ਪਰ ਨਾ ਤਾਂ ਉਹ ਪ੍ਰੋਜੈਕਟਰ ਚੱਲਦੇ ਨੇ, ਨਾ ਸਾਡੇ ਕੋਲੇ ਸਮਾਰਟ ਬੋਰਡ ਹੈ ਉਸ ਤਰ੍ਹਾਂ ਦੇ। ਕੀ ਕਹਿਣਾ, ਕੁਝ ਗਿਣਵੇਂ ਚੁਣਵੇਂ ਸਕੂਲਾਂ ਕੋਲੇ ਹੋਣ, ਸ਼ਹਿਰਾਂ ਦੇ ਵੀ ਉਹ ਵੀ ਸਕੂਲਾਂ ਵਿੱਚ, ਆਮ ਪਿੰਡਾਂ ਵਿੱਚ ਉਹ ਸਾਰੇ ਡੰਪ ਕੀਤੀਆਂ ਪਈਆਂ ਨੇ ਚੀਜ਼ਾਂ। ਉਹ ਕਿਸੇ ਅਰਥ ਨਹੀਂ, ਕਿਉਂਕਿ ਨਾ ਤਾਂ ਪਿੰਡਾਂ ਵਿੱਚ ਲਾਈਟ ਆਉਂਦੀ ਹੈ, ਨਾ ਹੀ ਦੂਜਾ ਇੰਟਰਨੈਟ ਹੈ ਪੂਰਾ, ਜਿਸ ਕਰਕੇ ਉਹ ਸਮਾਨ ਜਿਹੜਾ ਹੈ ਐਵੇਂ ਬੇਕਾਰ ਪਿਆ। ਤੇ ਇਹ ਸਿਰਫ ਛਲਾਵਾ ਹੈ ਸਮਾਰਟ ਸਕੂਲਾਂ ਦਾ। ਸਮਾਰਟ ਸਕੂਲ ਅਸਲ ਵਿੱਚ ਉਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਬਣਨੇ ਚਾਹੀਦੇ ਸੀ ਨਹੀਂ, ਤੇ ਕਿਉਂਕਿ ਸਰਕਾਰ ਨੇ ਤਾਂ ਸਿਰਫ ਵਿਖਾਵਾ ਕਰਕੇ ਕਾਰਪੋਰੇਟ ਸੈਕਟਰ ਨੂੰ ਸਾਰਾ ਕੁਝ ਸੌਂਪਣਾ। ਆਲਰੇਡੀ ਪਹਿਲਾਂ ਹੀ ਉਹਨਾਂ ਦੇ ਸਕੂਲ ਸਾਡੇ ਪੰਜਾਬ ਵਿੱਚ ਖੁੱਲ੍ਹੇ ਹੋਏ ਨੇ, ਏਅਰਟੈਲ ਦੇ ਨੇ ਜਾਂ ਹੋਰ ਵੱਖ-ਵੱਖ ਕੰਪਨੀਆਂ ਦੇ ਨੇ, ਉਹ ਪਹਿਲਾਂ ਹੀ ਚੱਲ ਰਹੇ ਨੇ, ਤੇ ਹੌਲੀ ਹੌਲੀ ਉਹਨਾਂ ਨੂੰ ਹੀ ਸਾਰਾ ਕੁਝ ਇਹਨਾਂ ਨੇ ਸਾਡੀ ਜਿਹੜੀ ਪੜ੍ਹਾਈ ਦੇ ਦੇਣੀ। ਤੇ ਸਾਡੇ ਜਿਹੜੇ ਟੀਚਰ ਲੱਗੇ ਆ ਉਹ ਤਾਂ ਵਿਚਾਰੇ ਰਿਟਾਇਰ ਹੋ ਜਾਣਗੇ ਚਲੋ, ਪਰ ਨਵਿਆਂ ਲਈ ਕੋਈ ਮੌਕਾ ਨਹੀਂ ਹੋਏਗਾ। ਰੋਜ਼ ਵਿਚਾਰਿਆਂ ਨੂੰ ਕਿਤੇ ਡਾਂਗਾਂ ਪੈਂਦੀਆਂ ਨੇ, ਕਿਤੇ ਉਹਨਾਂ 'ਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂਦੀਆਂ ਨੇ। ਪੱਕੇ ਨਹੀਂ 20-20 ਸਾਲ ਤੋਂ 25-25 ਸਾਲ ਤੋਂ ਟੀਚਰ ਜਿਹੜੇ ਆ ਉਹ ਕੱਚੇ ਚੱਲ ਰਹੇ ਆ, ਉਹਨਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ। 6-6 ਹਜ਼ਾਰ ਤੇ ਉਹਨਾਂ ਨੂੰ ਰੱਖਿਆ ਹੋਇਆ। 6 ਹਜ਼ਾਰ ਤਾਂ ਅੱਜ ਮਜ਼ਦੂਰ ਦੀ ਦਿਹਾੜੀ ਵੀ ਉਦੋਂ ਵੱਧ ਹੈ ਮਹੀਨੇ ਦੀ ਪੈਂਦੀ, ਤੇ ਉਹਨਾਂ ਨੂੰ ਉਹਨੇ ਵਿੱਚ ਹੀ ਵਿਚਾਰਿਆਂ ਨੂੰ ਗੁਜ਼ਾਰਾ ਕਰਨਾ ਪੈ ਰਿਹਾ, ਜਿਸ ਨਾਲ ਇਹ ਜੋ ਸਮਾਰਟ ਸਕੂਲਾਂ ਦਾ ਜੋ ਕਹਿ ਰਹੇ ਨੇ ਕਿ ਪੰਜਾਬ ਨੰਬਰ 1 ਤੇ ਆ ਗਿਆ, ਸਿਰਫ ਛਲਾਵਾ ਹੈ, ਹੋਰ ਕੁਝ ਨਹੀਂ ਹੈ ਜੀ। ਪ੍ਰਵਤ ਸਾਹਿਬ, ਇੱਕ ਨੇਤਾ ਲੋਕ ਬਿਆਨ ਦਿੰਦੇ ਅਕਸਰ ਹੀ ਕਿ ਬੱਚੇ ਨੇਕ ਬਣਨ, ਹਾਂਜੀ, ਹੈ ਨਾ, ਕਿ ਅਸੀਂ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ। ਹਾਂਜੀ। ਤੇ ਇੱਥੇ ਇੱਕ ਸਵਾਲ ਉੱਠਦਾ ਵੀ ਕਿ ਨੇਕ ਬਣਨ ਦੀ ਜ਼ਰੂਰਤ ਇਕੱਲੀ ਬੱਚਿਆਂ ਨੂੰ ਹੈ, ਕਿ ਨੇਤਾਵਾਂ ਲੋਕਾਂ ਨੂੰ ਨਹੀਂ ਹੈ? ਤਾਂ ਇਕੱਲੇ ਜਿਹੜੇ ਸੁਝਾਅ ਉਹ ਸਿਰਫ ਦੂਸਰੇ ਲਈ ਹੈ, ਸਾਡੇ ਖੁਦ ਲਈ ਨਹੀਂ ਹੈਗੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਸਾਡੇ ਜਿਹੜੇ ਨੇਤਾ ਲੋਕ ਨੇ ਉਹ ਸਿਰਫ ਭਾਸ਼ਣ ਦਿੰਦੇ ਨੇ ਜੀ, ਦੂਜਿਆਂ ਨੂੰ ਸਿੱਖਿਆ ਦਿੰਦੇ ਨੇ, ਪਰ ਆਪ ਉਹਦੇ 'ਤੇ ਅਮਲ ਨਹੀਂ ਕਰਦੇ। ਸਾਡੇ ਜਿੰਨੇ ਵੀ ਆਪਣੇ ਨੇਤਾ ਲੋਕ ਨੇ, ਭਾਵੇਂ ਉਹ MP ਨੇ, ਭਾਵੇਂ MLA ਨੇ, ਮੇਰਾ ਖਿਆਲ ਉਹਨਾਂ 'ਚੋਂ 70% ਅਜਿਹੇ ਆ ਜਿਨ੍ਹਾਂ 'ਤੇ ਕੋਈ ਨਾ ਕੋਈ ਕੇਸ ਚੱਲਦਾ ਹੈ। ਈਵਨ ਜੇ ਸਾਡੇ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਬੋਲਬਾਲਾ ਗੈਂਗਸਟਰਸ ਦਾ ਹੋਇਆ ਤਾਂ ਵੀ ਸਾਰੀ ਇਹਨਾਂ ਦੀ ਪੁਸ਼ਤ ਪਨਾਹੀ ਥੱਲੇ ਆ। ਜੇ ਸਾਡੇ ਚਿੱਟੇ ਦਾ ਵਪਾਰ ਪੰਜਾਬ 'ਚ ਸ਼ੁਰੂ ਹੋਇਆ ਤਾਂ ਵੀ ਸਾਡੇ ਲੀਡਰਾਂ ਦੀ ਮਿਹਰਬਾਨੀ ਕਰਕੇ ਆ। ਵਿੱਚੋਂ ਚਲੋ ਨਾਲ ਪੁਲਿਸ ਵੀ ਉਹਨਾਂ ਦੇ ਰਲ ਕੇ ਸਾਰਾ ਕੁਝ ਜਿਹੜਾ ਹੈ ਚੱਲ ਰਿਹਾ ਹੈ, ਕਿਉਂਕਿ ਇਹ ਕੋਈ ਵੀ ਕੰਮ ਜਿਹੜਾ ਹੈ ਜੇ ਸਰਕਾਰ ਚਾਹਵੇ ਤਾਂ ਉਸ ਨੂੰ ਸਭ ਕੁਝ, ਜਿਵੇਂ ਹੁਣ ਮਹਾਰਾਜਾ ਸਾਹਿਬ ਨੇ ਕਿਹਾ ਸੀ ਕਿ ਮੈਂ 4 ਮਹੀਨਿਆਂ 'ਚ ਨਸ਼ਾ ਬੰਦ ਕਰ ਦੂੰਗਾ, ਜਾਂ 4 ਮਹੀਨਿਆਂ 'ਚ ਹੋਰ ਜਿਹੜਾ ਆਪਣੀ ਜਿਹੜੀ ਬਰਗਾੜੀ ਕਾਂਡ ਦਾ ਉਹਨਾਂ ਦੀ ਸਜ਼ਾ ਦਿੱਤੀ ਜਾਊਗੀ। ਕੁਛ ਵੀ ਨਹੀਂ ਹੋਇਆ, 4.5 ਸਾਲ ਲੰਘ ਗਏ, ਪਰ ਕਿਉਂਕਿ ਉਹਨਾਂ ਦੀ ਨੀਤ ਨਹੀਂ ਹੈ। ਉਹ ਆਪ ਤਾਂ ਅਮਲ ਕਰਦੇ ਨਹੀਂ, ਲੋਕਾਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਲੋਕ ਵੀ ਸਮਝਦੇ ਨੇ ਕਿ ਉਹ ਕਿੱਥੋਂ ਬੋਲਦੇ ਨੇ। ਇਸ ਕਰਕੇ ਲੋਕਾਂ ਦਾ ਹੁਣ ਸਾਡੇ ਇਹਨਾਂ ਰਾਜਨੀਤਿਕ ਲੋਕਾਂ 'ਤੇ ਯਕੀਨ ਨਹੀਂ ਰਿਹਾ ਜੀ। ਪ੍ਰੋਫੈਸਰ ਸਾਹਿਬ, ਜਾਂਦੇ ਮੈਂ ਗੱਲ ਕਰਨੀ ਚਾਹੁੰਦਾ ਫਿਰ ਸਿੱਖਿਆ ਨੀਤੀ ਬਾਰੇ। ਅਸੀਂ ਸਿੱਖਿਆ ਨੀਤੀ ਦੇ ਪ੍ਰਚਾਰ ਬਾਰੇ ਕਾਫੀ ਕੁਛ ਗੱਲਾਂ ਬਾਤਾਂ ਕੀਤੀਆਂ, ਇਹਨੂੰ ਕਾਫੀ ਇਹਦੇ ਪ੍ਰਚਾਰ ਬਾਰੇ, ਪ੍ਰਸਾਰ ਬਾਰੇ, ਇਹਦੇ ਸਕੋਪ ਬਾਰੇ, ਹੈ ਨਾ, ਔਰ ਇਹਦਾ ਸਿਆਸੀਕਰਨ ਕਿਵੇਂ ਕੀਤਾ ਜਾ ਰਿਹਾ, ਸਿਆਸਤ ਇਹ 'ਤੇ ਕਿਵੇਂ ਖੇਡੀ ਜਾ ਰਹੀ ਆ। ਤੇ ਅਸੀਂ ਇਹ ਸਾਰੇ ਗੱਲਾਂ ਦਾ ਹੁਣ ਆਪਾਂ ਦੇਖੀ ਵੀ ਨਿਚੋੜ, ਹੈ ਨਾ, ਦਰਸ਼ਕ ਚਾਹੁੰਦੇ ਹੁੰਦੇ ਕਿ ਅਸੀਂ ਹੁਣ ਕੀ ਕਰੀਏ। ਕਈ ਵਾਰੀ ਦਰਸ਼ਕ ਇਸ ਭੰਬਲ ਭੂਸੇ ਹੁੰਦੇ ਕਿ ਸਾਡੇ ਲਈ ਕੀ ਮਤਲਬ ਹੁਕਮ ਹੈ, ਜਾਂ ਸਾਡੇ ਲਈ ਕੀ ਸੁਝਾਅ ਨੇ, ਕੀ ਸਿਧਾਂਤ ਹੋਣੇ ਚਾਹੀਦੇ ਆ, ਤੇ ਕਿਹੋ ਜਿਹੀ ਸਿੱਖਿਆ ਨੀਤੀ ਹੋਣੀ ਚਾਹੀਦੀ ਹੈ, ਕੀ ਸਮਝਦੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹਨਾਂ ਨੇ ਸਾਡੀ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ, ਉਸ ਨੂੰ ਪੜਚੋਲ ਕਰਨ ਦੀ ਲੋੜ ਹੈ। ਬਹੁਤ ਸਾਰੇ ਸਾਡੇ ਕੋਲ ਸਿੱਖਿਆ ਸ਼ਾਸਤਰੀ ਨੇ ਜਿਨ੍ਹਾਂ ਨੇ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਹੈ। ਉਹਨਾਂ ਦੀਆਂ ਕਮੇਟੀ ਬਣਾ ਕੇ ਘੱਟੋ ਘੱਟ ਇਸ ਸਿੱਖਿਆ ਨੀਤੀ ਦੀ ਪੜਚੋਲ ਜ਼ਰੂਰ ਹੋਣੀ ਚਾਹੀਦੀ ਹੈ, ਅਤੇ ਜਿਹੜੀ ਵੀ ਨਵੀਂ ਸਿੱਖਿਆ ਨੀਤੀ ਆਵੇ ਉਹ ਘੱਟੋ ਘੱਟ
ਸਾਡੇ ਬੱਚਿਆਂ ਨੂੰ ਚੰਗਾ ਰੁਜ਼ਗਾਰ ਦੇਣ ਵਾਲੀ ਹੋਵੇ, ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਵਾਲੀ ਹੋਵੇ, ਉਹਨਾਂ ਨੂੰ ਵਿਸ਼ਵ ਪੱਧਰ ਦੇ ਸਾਡੇ ਕੋਲੇ ਵਿਗਿਆਨੀ ਬਣਨ, ਸਾਡੇ ਕੋਲੇ ਵਿਸ਼ਵ ਪੱਧਰ ਦੇ ਜਿਹੜੇ ਚੰਗੇ ਸਟੇਟਸਮੈਨ ਬਣਨ। ਅਜਿਹੀ ਸਿੱਖਿਆ ਨੀਤੀ ਆਵੇ, ਉਹ ਤਾਂ ਹੀ ਸੰਭਵ ਹੈ ਜੇਕਰ ਸਾਡੀ ਜਿਹੜੀ ਸਰਕਾਰ ਹੈ, ਇਸ ਜਿਹੜੀ ਸਿੱਖਿਆ ਨੀਤੀ ਉਸਨੇ ਲਿਆਂਦੀ ਹੈ, ਇਸ ਦੀ ਦੁਬਾਰਾ ਪੜਚੋਲ ਹੋਵੇ ਅਤੇ ਦੁਬਾਰਾ ਉਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਲੈਪਸ ਹੋ ਗਈਆਂ ਨੇ, ਜਿਹੜੀਆਂ ਘਾਟਾਂ ਰਹਿ ਗਈਆਂ ਨੇ, ਉਹਨਾਂ ਨੂੰ ਦੂਰ ਕਰਕੇ ਇੱਕ ਚੰਗੇਰੀ ਸਿੱਖਿਆ ਨੀਤੀ ਲਿਆਂਦੀ ਜਾਵੇ, ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਦੇਸ਼ ਦਾ ਭਵਿੱਖ ਹੈ ਰੌਸ਼ਨ ਹੋਵੇ, ਸਾਡੇ ਬੱਚੇ ਇੱਕ ਵਧੀਆ ਨਾਗਰਿਕ ਬਣਨ, ਵਧੀਆ ਸਟੇਟਸਮੈਨ ਬਣਨ, ਵਧੀਆ ਰਾਜਨੀਤਿਕ ਬਣਨ ਅਤੇ ਵਧੀਆ ਵੱਖ-ਵੱਖ ਖੇਤਰਾਂ ਵਿੱਚ ਸਾਡੇ ਦੇਸ਼ ਦਾ ਨਾਂ ਉੱਚਾ ਕਰਨ, ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਜੀ ਪ੍ਰੋਫੈਸਰ ਸਾਹਿਬ, ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ, ਸਾਰਥਕ ਢੰਗ ਦੇ ਨਾਲ ਸਿੱਖਿਆ ਨੀਤੀ ਬਾਰੇ ਔਰ ਜਿਹੜੇ ਬੱਚਿਆਂ ਦੀਆਂ ਪਰੇਸ਼ਾਨੀਆਂ ਮਾਪਿਆਂ ਨੂੰ ਆਨਲਾਈਨ ਕਲਾਸਿਸ ਕਰਕੇ ਉਹਦੇ ਬਾਰੇ, ਅਤੇ ਸਿੱਖਿਆ ਨੀਤੀ ਵਿੱਚ ਕੀ ਸੁਧਾਰ ਹੋਣੇ ਚਾਹੀਦੇ ਆ, ਅਤੇ ਇਹਦਾ ਸਿਆਸੀਕਰਨ ਕਿਵੇਂ ਕੀਤਾ ਜਾ ਰਿਹਾ, ਅਤੇ ਸਿਆਸਤ ਦੀ, ਸਰਕਾਰ ਦੀ, ਸੱਤਾਧਾਰੀ ਧਿਰ ਦੀ ਕੀ ਮਨਸ਼ਾ ਇਹਨਾਂ ਦੇ ਪਿੱਛੇ, ਉਹਦੇ ਬਾਰੇ ਵਿਸਥਾਰ 'ਚ ਗੱਲਾਂ ਬਾਤਾਂ ਕੀਤੀਆਂ। ਤਨੂੰ ਟੀਵੀ ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਰੇ ਵੱਲੋਂ ਵੀ ਤਨੂੰ ਟੀਵੀ ਚੈਨਲ ਦਾ ਅਤੇ ਪ੍ਰਬੰਧਕਾਂ ਦਾ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਅੱਜ ਆਪਣੇ ਦਰਸ਼ਕਾਂ ਨਾਲ ਗੱਲਾਂ ਕਰਨ ਦਾ। ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਦਾ ਜਿਹੜਾ ਵਿਸ਼ਾ ਸੀ ਉਹ ਸੀ ਸਿੱਖਿਆ ਨੀਤੀ ਬਾਰੇ, ਅਤੇ ਮੈਂ ਆਸ ਕਰਦਾ ਕਿ ਅੱਜ ਦੀ ਇਹ ਇੰਟਰਵਿਊ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ। ਇਸ ਤਰ੍ਹਾਂ ਦੀਆਂ ਹੋਰ ਇੰਟਰਵਿਊਜ਼ ਦੇਖਣ ਲਈ ਔਰ ਸਾਡੀ ਰੋਜ਼ਾਨਾ ਦੀ ਅਪਡੇਟ ਬਾਰੇ ਜਾਣਨ ਲਈ ਸਾਡੇ ਚੈਨਲ ਤਨੂੰ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਔਰ ਇਹ ਇੰਟਰਵਿਊ ਤੁਹਾਨੂੰ ਕਿਹੋ ਜਿਹੀ ਲੱਗੀ, ਇਹਦੇ ਸੁਝਾਅ, ਇਹਦੇ ਬਾਰੇ ਆਪਣੀ ਰਾਏ, ਇਹਦਾ ਉੱਤਰ, ਰਿਪਲਾਈ ਸਾਡੇ ਕਮੈਂਟ ਬਾਕਸ ਵਿੱਚ ਦੇਣਾ। ਆਪਣੇ ਦੋਸਤ ਕੁਲਦੀਪ ਚਰਾਗ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਆਦਾਬ।